सत श्री अकाल जी। स्वागत करते हैं जी तुहाडा अपने यूट्यूब चैनल क्विक अंडरस्टैंड ਦੇ ਉੱਪਰ। ਜੇਕਰ ਤੁਹਾਨੂੰ ਸਾਡੇ ਦੁਆਰਾ ਕਰਵਾਇਆ ਹੋਇਆ ਕੰਮ ਪਸੰਦ ਆ ਰਿਹਾ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਬਾਕੀ ਬੱਚਿਆਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ। ਤੁਸੀਂ ਸਾਨੂੰ ਇੰਸਟਾ ਔਰ ਟੈਲੀਗ੍ਰਾਮ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕਰਵਾਵਾਂਗੇ ਜੀ ਕਲਾਸ 10ਵੀਂ ਦਾ ਚੈਪਟਰ ਨੰਬਰ 5 ਜਿਸ ਦਾ ਨਾਮ ਤੱਤਾਂ ਦਾ ਆਵਰਤੀ ਵਰਗੀਕਰਨ। 9ਵੀਂ ਸ਼੍ਰੇਣੀ ਵਿੱਚ ਅਸੀਂ ਸਿੱਖਿਆ ਹੈ ਕਿ ਸਾਡੇ ਆਲੇ ਦੁਆਲੇ ਮਾਤਾ ਤੱਤਾਂ ਮਿਸ਼ਰਣਾਂ ਅਤੇ ਯੋਗਾਂ ਦੇ ਰੂਪ ਵਿੱਚ ਵਿਚਰਦਾ ਹੈ ਅਤੇ ਤੱਤ ਇੱਕ ਹੀ ਪ੍ਰਕਾਰ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਹਨ। ਕੀ ਤੁਹਾਨੂੰ ਪਤਾ ਹੈ ਹੁਣ ਤੱਕ ਕਿੰਨੇ ਤੱਤ ਪਤਾ ਹਨ? ਅੱਜ ਤੱਕ ਸਾਨੂੰ 116 ਤੱਤਾਂ ਦਾ ਪਤਾ ਹੈ। ਸਨ 1800 ਦੇ ਨੇੜੇ ਤੇੜੇ ਸਿਰਫ 30 ਤੱਤਾਂ ਦੀ ਹੀ ਜਾਣਕਾਰੀ। ਇਹਨਾਂ ਸਾਰੇ ਤੱਤਾਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ। ਜਿਵੇਂ ਜਿਵੇਂ ਭਿੰਨ-ਭਿੰਨ ਤੱਤਾਂ ਦੀ ਖੋਜ ਹੁੰਦੀ ਗਈ, ਵਿਗਿਆਨੀਆਂ ਨੇ ਉਹਨਾਂ ਤੱਤਾਂ ਦੇ ਗੁਣਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕੀਤੀ। ਉਹਨਾਂ ਤੱਤਾਂ ਬਾਰੇ ਜੋ ਕੁਝ ਸਾਨੂੰ ਪਤਾ ਸੀ ਉਸ ਨੂੰ ਸਿਲਸਿਲੇਵਾਰ ਕਰਨ ਵਿੱਚ ਕਠਿਨਾਈ ਆਈ। ਉਹਨਾਂ ਨੇ ਇਹਨਾਂ ਦੇ ਗੁਣਾਂ ਵਿੱਚ ਅਜਿਹਾ ਪ੍ਰਤੀਰੂਪ ਲੱਭਣਾ ਸ਼ੁਰੂ ਕੀਤਾ ਜਿਸ ਦੇ ਆਧਾਰ ਤੇ ਮੁੱਖ ਰੱਖ ਕੇ ਤੱਤਾਂ ਦੀ ਵੰਡ ਗਿਣਤੀ ਦਾ ਅਧਿਐਨ ਸੌਖਾ ਹੀ ਹੋ ਸਕੇ। ਭਾਵ ਸਾਫ਼ ਹੈ, ਇਸ ਦੇ ਵਿੱਚ ਜਿੰਨੇ ਵੀ ਅੱਜ ਤੱਕ ਸਾਨੂੰ ਤੱਤ ਮਿਲੇ ਨੇ ਉਹਨਾਂ ਤੱਤਾਂ ਦਾ ਅਸੀਂ ਕੀ ਕਰਨਾ ਹੈ ਜੀ? ਵਰਗੀਕਰਨ ਦਾ ਮਤਲਬ ਹੁੰਦਾ ਹੈ ਕਲਾਸੀਫਿਕੇਸ਼ਨ। ਅਸੀਂ ਉਹਨਾਂ ਨੂੰ ਕਿਸ ਹਿਸਾਬ ਨਾਲ ਰੱਖੀਏ ਕਿ ਸਾਨੂੰ ਉਹਨਾਂ ਨੂੰ ਪੜ੍ਹਨਾ ਤੇ ਸਮਝਣਾ ਸੌਖਾ ਹੋ ਜਾਵੇ। 5.1 ਅਵਿਵਸਥਾ ਤੋਂ ਵਿਵਸਥਾ ਕਰਨਾ, ਭਾਵ ਉਲਟ ਪੁਲਟ ਵਸਤੂਆਂ ਨੂੰ ਇੱਕ ਕਤਾਰ ਵਿੱਚ ਕਰਨਾ। ਤੱਤਾਂ ਦੇ ਵਰਗੀਕਰਨ ਦੇ ਮੁੱਢਲੇ ਯਤਨ। ਅਸੀਂ ਸਿੱਖਿਆ ਹੈ ਕਿ ਕਿਵੇਂ ਵਸਤੂਆਂ ਜਾਂ ਪ੍ਰਾਣੀਆਂ ਨੂੰ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਵੱਖ-ਵੱਖ ਸਥਿਤੀਆਂ ਵਿੱਚ ਵੀ ਸਾਨੂੰ ਗੁਣਾਂ ਦੇ ਆਧਾਰ ਤੇ ਤਰਤੀਬ ਵਿੱਚ ਹੋਣ ਦੇ ਪ੍ਰਮਾਣ ਮਿਲੇ ਹਨ। ਉਦਾਹਰਨ ਵਜੋਂ ਦੁਕਾਨਾਂ ਵਿੱਚ ਸਾਬਣਾਂ ਨੂੰ ਨਾਲ-ਨਾਲ ਇੱਕ ਥਾਂ ਤੇ ਰੱਖਿਆ ਜਾਂਦਾ ਹੈ ਜਦਕਿ ਬਿਸਕੁਟਾਂ ਨੂੰ ਨਾਲ-ਨਾਲ ਦੂਜੇ ਥਾਂ ਤੇ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਵਿਗਿਆਨੀਆਂ ਨੇ ਵੀ ਤੱਤਾਂ ਨੂੰ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਵਰਗੀਕ੍ਰਿਤ ਕਰਨ ਦੇ ਲਈ ਕਈ ਯਤਨ ਕੀਤੇ ਤਾਂ ਜੋ ਬੇਤਰਤੀਬ ਤੋਂ ਤਰਤੀਬ ਵਾਲੀ ਸਥਿਤੀ ਪ੍ਰਾਪਤ ਕੀਤੀ ਜਾ ਸਕੇ। ਵਰਗੀਕਰਨ ਦੇ ਪਹਿਲੇ ਯਤਨਾਂ ਦੁਆਰਾ ਉਸ ਸਮੇਂ ਤੱਕ ਖੋਜੇ ਗਏ ਤੱਤਾਂ ਨੂੰ ਧਾਤਾਂ ਤੇ ਅਧਾਤਾਂ ਵਿੱਚ ਹੀ ਵੰਡਿਆ ਗਿਆ ਸੀ। ਜਿਵੇਂ-ਜਿਵੇਂ ਤੱਤਾਂ ਅਤੇ ਉਹਨਾਂ ਦੇ ਗੁਣਾਂ ਬਾਰੇ ਸਾਡੀ ਜਾਣਕਾਰੀ ਵੱਧਦੀ ਗਈ ਤਿਉਂ-ਤਿਉਂ ਉਹਨਾਂ ਨੂੰ ਅੱਗੇ ਵਰਗੀਕ੍ਰਿਤ ਕਰਨ ਦੇ ਯਤਨ ਕੀਤੇ ਗਏ। ਇਸ ਪਹਿਰੇ ਤੋਂ ਸਾਨੂੰ ਸਮਝ ਆ ਰਹੀ ਹੈ ਜਦੋਂ ਸਾਡੇ ਕੋਲ ਬਹੁਤ ਸਾਰੇ ਤੱਤ ਸਨ ਤਾਂ ਉਸ ਨੂੰ ਵਰਗੀਕਰਨ ਦੀ ਲੋੜ ਪਈ। ਤਾਂ ਵਰਗੀਕਰਨ ਠੀਕ ਉਦਾਹਰਨ ਦੀ ਤਰ੍ਹਾਂ ਜਿਵੇਂ ਦੁਕਾਨਦਾਰ ਸਾਬਣ ਇੱਕ ਖਾਨੇ ਵਿੱਚ, ਖਾਣ ਵਾਲਾ ਸਮਾਨ ਇੱਕ ਖਾਨੇ ਵਿੱਚ ਰੱਖਦਾ ਹੈ, ਠੀਕ ਉਸੇ ਤਰ੍ਹਾਂ ਤੱਤਾਂ ਨੂੰ ਗੁਣਾਂ ਦੇ ਆਧਾਰ ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ ਤਾਂ ਜੋ ਜਿਹੜੇ ਬੇਤਰਤੀਬੇ ਤੱਤ ਸੀ, ਮਤਲਬ ਜਿਹੜੇ ਪੂਰੇ ਸੀਰੀਅਲ ਵਾਈਜ਼ ਜਾਂ ਲੜੀ ਵਾਈਜ਼ ਨਹੀਂ ਸਨ, ਤਾਂ ਉਹਨਾਂ ਨੂੰ ਇੱਕ ਲੜੀ ਵਿੱਚ ਜਾਂ ਸੀਰੀਅਲ ਵਾਈਜ਼ ਕੀਤਾ ਗਿਆ। ਪਹਿਲੇ ਸਮੇਂ ਜੋ ਤੱਤ ਲੱਭੇ ਸਨ ਉਸ ਨੂੰ ਸਿਰਫ ਧਾਤਾਂ ਤੇ ਧਾਤਾਂ ਵਿੱਚ ਹੀ ਵੰਡਿਆ ਗਿਆ। ਧਾਤਾਂ ਭਾਵ ਲੋਹਾ, ਚਾਂਦੀ, ਸੋਨਾ ਆਦਿ ਔਰ ਧਾਤਾਂ ਕਾਰਬਨ, ਹਵਾ, ਨਾਈਟ੍ਰੋਜਨ ਵਗੈਰਾ ਆਦਿ। 5.1.1 ਡਾਬਰਨੀਅਰ ਦੀ ਤੱਕੜੀ। ਸਨ 1817 ਵਿੱਚ ਜਰਮਨ ਰਸਾਇਣਿਕ ਵਿਗਿਆਨੀ ਜਹਾਨ ਵੁਲਫਗਾਂਗ ਡਾਬਰਨੀਅਰ ਨੇ ਸਮਾਨ ਗੁਣਾਂ ਵਾਲੇ ਤੱਤਾਂ ਨੂੰ ਗੁੱਟਾਂ ਵਿੱਚ ਤਰਤੀਬ ਦੇਣ ਦਾ ਯਤਨ ਕੀਤਾ। ਉਸਨੇ 3 ਤੱਤਾਂ ਵਾਲੇ ਕੁਝ ਗੁੱਟਾਂ ਨੂੰ ਚੁਣਿਆ ਅਤੇ ਉਹਨਾਂ ਗੁੱਟਾਂ ਨੂੰ ਤੱਕੜੀ ਦਾ ਨਾਂ ਦਿੱਤਾ। ਡਾਬਰਨੀਅਰ ਨੇ ਦੱਸਿਆ ਕਿ ਤੱਕੜੀ ਦੇ 3 ਤੱਤਾਂ ਨੂੰ ਉਹਨਾਂ ਦੇ ਪਰਮਾਣੂ ਪੁੰਜਾਂ ਦੇ ਵੱਧਦੇ ਕ੍ਰਮ ਵਿੱਚ ਰੱਖਣ ਨਾਲ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਦੂਜੇ 2 ਤੱਤਾਂ ਦੇ ਪਰਮਾਣੂ ਪੁੰਜ ਦਾ ਲਗਭਗ ਮੱਧਮਾਨ ਹੁੰਦਾ ਹੈ। ਭਾਵ ਪਹਿਲੇ ਤੇ ਆਖਰੀ ਦੋਵਾਂ ਨੰਬਰਾਂ ਦਾ ਜੋੜ ਤੇ ਬਟਾ 2 ਕਰੋਗੇ ਤਾਂ ਜੋ ਆਨਸਰ ਆਏਗਾ ਉਹ ਵਿਚਕਾਰਲੇ ਦਾ ਲਗਭਗ ਆਨਸਰ ਹੋਵੇਗਾ। ਉਦਾਹਰਨ ਵਜੋਂ ਲੀਥੀਅਮ, ਸੋਡੀਅਮ ਤੇ ਪੋਟਾਸ਼ੀਅਮ ਵਾਲੀ ਤੱਕੜੀ ਵੱਲ ਧਿਆਨ ਦਿਓ। ਇਸ ਦੇ ਪਰਮਾਣੂ ਪੁੰਜ ਲੜੀਵਾਰ 6.9, 23.0 ਅਤੇ 39.0 ਹਨ। ਲੀਥੀਅਮ ਅਤੇ ਪੋਟਾਸ਼ੀਅਮ ਦੇ ਪਰਮਾਣੂ ਪੁੰਜਾਂ ਦਾ ਮੱਧਮਾਨ ਕੀ ਹੈ? ਸੋਡੀਅਮ ਦੇ ਪਰਮਾਣੂ ਪੁੰਜ ਨਾਲ ਇਸ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ? ਭਾਵ ਇੱਥੇ ਤੁਸੀਂ 6.9 ਜੋ ਕਿ ਲੀਥੀਅਮ ਦਾ ਹੈ ਔਰ 39.0 ਨੂੰ ਜੋ ਕਿ ਪੋਟਾਸ਼ੀਅਮ ਦਾ ਹੈ ਪਰਮਾਣੂ ਪੁੰਜ, ਇਸ ਨੂੰ ਜੋੜੋਗੇ ਤਾਂ ਬਟਾ 2 ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਆਨਸਰ ਆਏਗਾ ਉਹ ਹੋਵੇਗਾ ਜੀ 23.2 ਜੋ ਕਿ ਸੋਡੀਅਮ ਦਾ ਹੀ ਹੋਵੇਗਾ।
ਪਰਮਾਣੂ ਪੁੰਜ। ਹੇਠਲੀ ਸਾਰਣੀ 5.1 ਵਿੱਚ 3 ਤੱਤਾਂ ਵਾਲੇ ਹੇਠਲੀ ਸਾਰਣੀ 5.1 ਵਿੱਚ 3 ਤੱਤਾਂ ਦੇ ਕੁਝ ਗੁੱਟ ਦਿੱਤੇ ਗਏ ਹਨ। ਇਹਨਾਂ ਤੱਤਾਂ ਨੂੰ ਪਰਮਾਣੂ ਪੁੰਜ ਦੇ ਵਾਧੇ ਕ੍ਰਮ ਵਿੱਚ ਉੱਪਰ ਤੋਂ ਹੇਠਾਂ ਨੂੰ ਤਰਤੀਬ ਦਿੱਤੀ ਗਈ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਕਿਹੜਾ ਗੁੱਟ ਡਾਬਰਨੀਅਰ ਦੀ ਤੱਕੜੀ ਬਣਾਉਂਦਾ ਹੈ? ਸਾਰਣੀ 5.1 ਇਸ ਦੇ ਵਿੱਚ A ਗੁੱਟ ਦੇ ਤੱਤ ਹਨ, ਗੁੱਟ B ਦੇ ਤੱਤ ਹਨ ਔਰ ਗੁੱਟ C ਦੇ ਤੱਤ ਹਨ ਔਰ ਉਹਨਾਂ ਦੇ ਪਰਮਾਣੂ ਪੁੰਜ ਵੀ ਲਿਖੇ ਹੋਏ ਹਨ। ਤੁਸੀਂ ਧਿਆਨ ਦਿਓਗੇ ਤਾਂ B ਤੇ C ਵਿੱਚ ਇਹ ਲਾਗੂ ਹੋ ਰਿਹਾ ਹੈ। ਤੁਸੀਂ ਵੇਖੋਗੇ ਕਿ ਗੁੱਟ B ਅਤੇ ਗੁੱਟ C ਡਾਬਰਨੀਅਰ ਤੱਕੜੀ ਬਣਾਉਂਦੇ ਹਨ। ਡਾਬਰਨੀਅਰ ਉਸ ਸਮੇਂ ਤੱਕ ਗਿਆਤ ਤੱਤਾਂ ਵਿੱਚੋਂ ਕੇਵਲ 3 ਤੱਕੜੀਆਂ ਹੀ ਬਣਾ ਸਕਿਆ। ਇਸ ਲਈ ਤੱਕੜੀਆਂ ਵਿੱਚ ਵਰਗੀਕਰਨ ਦਾ ਜਿਹੜਾ ਢੰਗ ਹੈ ਲਾਭਕਾਰੀ ਸਿੱਟਾ ਨਾ ਹੋਇਆ। ਇਸ ਪੂਰੇ ਮੀ ਪੈਰੇ ਦਾ ਮੀਨਿੰਗ ਕਿ ਡਾਬਰਨੀਅਰ ਇੱਕ ਸਾਇੰਟਿਸਟ ਵਿਗਿਆਨੀ ਸੀ ਔਰ ਇਹ ਪਹਿਲਾ ਵਿਗਿਆਨੀ ਸੀ ਜਿਸ ਨੇ ਤੱਤਾਂ ਨੂੰ ਵਰਗੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ। 1807 ਵਿੱਚ ਇਸ ਨੇ ਇਹ ਕੋਸ਼ਿਸ਼ ਕੀਤੀ ਸੀ। ਇਸ ਨੇ ਇਹ ਦੱਸਿਆ ਕਿ ਅਸੀਂ ਇਹਨਾਂ 9 ਤੱਤਾਂ ਨੂੰ ਇੱਕ ਸਾਰਣੀ ਵਿੱਚ ਕੁਝ ਇਸ ਤਰੀਕੇ ਨਾਲ ਰੱਖ ਸਕਦੇ ਹਾਂ: ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸਕੈਂਡੀਅਮ, ਬੇਰੀਅਮ, ਕਲੋਰੀਨ, ਬ੍ਰੋਮੀਨ ਔਰ ਆਇਰਨ। ਇਸ ਦੇ ਰੱਖਣ ਦਾ ਭਾਵ ਸਿਰਫ ਇੰਨਾ ਸੀ ਕਿ ਉੱਪਰ ਵਾਲਾ ਤੇ ਥੱਲੇ ਵਾਲਾ ਤੱਤ ਦਾ ਜਦੋਂ ਵੀ ਪਰਮਾਣੂ ਪੁੰਜ ਜੋੜ ਕੇ ਬਟਾ 2 ਕੀਤਾ ਜਾਂਦਾ ਸੀ ਤਾਂ ਆਨਸਰ ਵਿਚਕਾਰਲੇ ਵਾਲੇ ਤੱਤ ਦਾ ਆਉਂਦਾ ਸੀ। ਲੀਥੀਅਮ ਤੇ ਪੋਟਾਸ਼ੀਅਮ ਵਾਲੇ ਕੇਸ ਵਿੱਚ ਸੋਡੀਅਮ ਦਾ ਆਨਸਰ ਆ ਰਿਹਾ ਸੀ। ਇਸੇ ਤਰ੍ਹਾਂ ਬਾਕੀ 2 ਗੁੱਟਾਂ ਵਿੱਚ ਵੀ ਹੋ ਰਿਹਾ ਸੀ। ਤਾਂ ਇਸ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਇਸ ਨੇ ਬਣਾਇਆ। ਪਰ ਤੱਤ ਜ਼ਿਆਦਾ ਹੋਣ ਕਰਕੇ ਇਹ ਸਾਰੇ ਤੱਤਾਂ ਦੇ ਉੱਪਰ ਇਹ ਫਾਰਮੂਲਾ ਆਪਣਾ ਅਪਲਾਈ ਨਾ ਕਰ ਸਕਿਆ ਜਾਂ ਉੱਥੇ ਇਹ ਆਨਸਰ ਨਹੀਂ ਸਹੀ ਆਉਂਦੇ ਸਨ। ਇਸ ਲਈ ਇਸ ਦਾ ਇਹ ਜਿਹੜਾ ਕੰਮ ਹੈ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਔਰ ਇਹੋ ਹੀ ਕਾਰਨ ਸੀ ਕਿ ਜਲਦ ਹੀ ਇਸ ਦੇ ਟੇਬਲ ਨੂੰ ਜਾਂ ਇਸ ਦੀ ਸਾਰਣੀ ਨੂੰ ਨਕਾਰ ਦਿੱਤਾ ਗਿਆ ਔਰ ਨਹੀਂ ਮੰਨਿਆ ਗਿਆ। ਇਸ ਤੋਂ ਬਾਅਦ ਦੂਸਰੇ ਵਿਗਿਆਨੀ ਨੇ ਯੋਗਦਾਨ ਦਿੱਤਾ ਔਰ ਉਸ ਨੂੰ ਆਪਾਂ ਅੱਗੇ ਪੜਾਂਗੇ। 5.1.2 ਨਿਊਲੈਂਡ ਦਾ ਅਸ਼ਟਕ ਸਿਧਾਂਤ। ਡਾਬਰਨੀਅਰ ਦੇ ਯਤਨਾਂ ਦੇ ਦੂਜੇ ਰਸਾਇਣਿਕ ਵਿਗਿਆਨੀਆਂ ਨੂੰ ਤੱਤਾਂ ਦੇ ਗੁਣਾਂ ਦਾ ਉਹਨਾਂ ਦੇ ਪਰਮਾਣੂ ਪੁੰਜ ਨਾਲ ਸੰਬੰਧ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ। ਸੰਨ 1866 ਵਿੱਚ ਅੰਗਰੇਜ਼ ਵਿਗਿਆਨੀ ਜਾਨ ਨਿਊਲੈਂਡ ਨੇ ਉਸ ਸਮੇਂ ਤੱਕ ਖੋਜੇ ਤੱਤਾਂ ਨੂੰ ਪਰਮਾਣੂ ਪੁੰਜ ਦੇ ਵੱਧਦੇ ਕ੍ਰਮ ਵਿੱਚ ਤਰਤੀਬ ਕੀਤਾ। ਉਹਨਾਂ ਨੇ ਸਭ ਤੋਂ ਘੱਟ ਪਰਮਾਣੂ ਪੁੰਜ ਵਾਲੇ ਤੱਤ ਹਾਈਡਰੋਜਨ ਤੋਂ ਸ਼ੁਰੂ ਕੀਤਾ ਅਤੇ 56ਵੇਂ ਤੱਤ ਥੋਰੀਅਮ ਤੇ ਸਮਾਪਤ ਕੀਤਾ। ਉਹਨਾਂ ਨੇ ਵੇਖਿਆ ਕਿ ਹਰ 8ਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣ ਵਰਗੇ ਹਨ। ਉਹਨਾਂ ਨੇ ਇਸ ਦੀ ਤੁਲਨਾ ਸੰਗੀਤ ਦੇ ਅਸ਼ਟਕ ਨਾਲ ਕੀਤੀ ਅਤੇ ਉਸ ਨੂੰ ਅਸ਼ਟਕ ਦਾ ਸਿਧਾਂਤ ਦਾ ਨਾਮ ਦਿੱਤਾ। ਇਸ ਨੂੰ ਹੁਣ ਨਿਊਲੈਂਡ ਦੇ ਅਸ਼ਟਕ ਸਿਧਾਂਤ ਵਜੋਂ ਜਾਣਿਆ ਜਾਂਦਾ ਹੈ। ਨਿਊਲੈਂਡ ਦੇ ਅਸ਼ਟਕ ਵਿੱਚ ਲੀਥੀਅਮ ਅਤੇ ਸੋਡੀਅਮ ਦੇ ਗੁਣ ਇੱਕੋ ਜਿਹੇ ਹਨ। ਸੋਡੀਅਮ ਲੀਥੀਅਮ ਦੇ ਮਗਰੋਂ 8ਵਾਂ ਤੱਤ ਹੈ। ਇਸੇ ਤਰ੍ਹਾਂ ਬੈਰੀਲੀਅਮ ਅਤੇ ਮੈਗਨੀਸ਼ੀਅਮ ਆਪਸ ਵਿੱਚ ਮਿਲਦੇ ਹਨ। ਨਿਊਲੈਂਡ ਦੇ ਅਸ਼ਟਕਾਂ ਦੇ ਮੂਲ ਰੂਪ ਦਾ ਇੱਕ ਭਾਗ ਸਾਰਣੀ 5.3 ਵਿੱਚ ਦਿੱਤਾ ਗਿਆ ਹੈ। ਸਾਰਣੀ 5.3 ਨਿਊਲੈਂਡ ਦੇ ਅਸ਼ਟਕ। ਸੁਰਾਂ ਦੇ ਸੰਗੀਤ ਸਾ ਰੇ ਗਾ ਮਾ ਪਾ ਧਾ ਨੀ ਔਰ ਨੀਚੇ ਇਸ ਦੇ ਐਲੀਮੈਂਟ ਦਿੱਤੇ ਹੋਏ ਹਨ। ਤੇ ਚਲੋ ਪਹਿਲਾਂ ਇਸ ਪੈਰੇ ਨੂੰ ਥੋੜਾ ਜਿਹਾ ਸਮਝ ਲੈਂਦੇ ਹਾਂ। ਡਾਬਰਨੀਅਰ ਪਹਿਲਾ ਵਿਗਿਆਨੀ ਸੀ ਜਿਸ ਨੇ ਤੱਤਾਂ ਨੂੰ ਵਰਗੀਕ੍ਰਿਤ ਕੀਤਾ ਤੇ ਉਹਨਾਂ ਦੇ ਉੱਪਰ ਇੱਕ ਸਾਰਣੀ ਦਿੱਤੀ। ਜਦ ਉਸ ਦੀ ਸਾਰਣੀ ਜ਼ਿਆਦਾ ਚਿਰ ਨਹੀਂ ਚੱਲ ਸਕੀ ਜਾਂ ਉਸ ਵਿੱਚ ਬਹੁਤ ਸਾਰੀਆਂ ਖਾਮੀਆਂ ਸਾਹਮਣੇ ਆਈਆਂ ਤਾਂ ਦੂਸਰੇ ਵਿਗਿਆਨੀ ਜਿਨ੍ਹਾਂ ਦਾ ਨਾਮ ਨਿਊਲੈਂਡ ਹੈ ਤਾਂ ਉਹਨਾਂ ਨੇ ਇਸ ਦੇ ਉੱਪਰ ਖੋਜ ਕੀਤੀ ਤੇ ਆਪਣੀ ਸਾਰਣੀ ਪੇਸ਼ ਕੀਤੀ। ਨਿਊਲੈਂਡ ਨੂੰ ਜਾਂ ਨਿਊਲੈਂਡ ਦੇ ਇਸ ਸਾਰਣੀ ਨੂੰ ਨਿਊਲੈਂਡ ਦਾ ਅਸ਼ਟਕ ਦਾ ਸਿਧਾਂਤ ਕਿਹਾ ਜਾਂਦਾ ਹੈ। ਨਿਊਲੈਂਡ ਨੇ ਆਪਣੀ ਸਾਰਣੀ ਵਿੱਚ 56 ਤੱਤ ਸਥਾਪਿਤ ਕੀਤੇ ਔਰ ਸਭ ਤੋਂ ਸਟਾਰਟਿੰਗ ਜਿਹੜੀ ਪਹਿਲਾਂ ਹੈ ਉਹਨਾਂ ਨੇ ਹਾਈਡਰੋਜਨ ਤੱਤ ਤੋਂ ਕੀਤੀ ਔਰ 56ਵੇਂ ਨੰਬਰ ਤੇ ਉਹਨਾਂ ਨੇ ਥੋਰੀਅਮ ਤੇ ਆ ਕੇ ਇਸ ਟੇਬਲ ਨੂੰ ਜਾਂ ਇਸ ਸਾਰਣੀ ਨੂੰ ਖਤਮ ਕੀਤਾ। ਜਦੋਂ ਉਹਨਾਂ ਨੇ ਇਹ ਸਾਰਣੀ ਬਣਾਈ ਤਾਂ ਉਹਨਾਂ ਨੇ ਇਹ ਚੀਜ਼ ਨੋਟ ਕੀਤੀ ਕਿ ਜੋ ਤੱਤ ਪਹਿਲਾਂ ਆ ਰਿਹਾ ਹੈ ਠੀਕ ਉਸ ਤੋਂ 8ਵੇਂ ਨੰਬਰ ਤੋਂ ਬਾਅਦ ਜੋ ਤੱਤ ਆ ਰਿਹਾ ਹੈ ਉਹ ਆਪਸ ਵਿੱਚ ਮਿਲਦੇ ਹਨ। ਆਪਸ ਵਿੱਚ ਮਿਲਣ ਤੋਂ ਭਾਵ ਉਹਨਾਂ ਦੇ ਗੁਣ ਆਪਸ ਵਿੱਚ ਮਿਲਦੇ ਹਨ, ਰਸਾਇਣਿਕ ਜਾਂ ਭੌਤਿਕ। ਉਦਾਹਰਨ ਦੇ ਤੌਰ ਤੇ ਇਹਨਾਂ ਨੇ ਸੋਡੀਅਮ ਤੇ ਲੀਥੀਅਮ, ਅਗਰ ਤੁਸੀਂ ਧਿਆਨ ਦਿਓ ਤਾਂ ਡਾਬਰਨੀਅਰ ਨੇ ਵੀ ਸੋਡੀਅਮ ਤੇ ਲੀਥੀਅਮ ਨੂੰ ਇੱਕੋ ਜਿਹੇ ਗੁਣਾਂ ਵਾਲੇ ਤੱਤ ਦੱਸਿਆ ਸੀ। ਠੀਕ ਉਸੇ ਤਰ੍ਹਾਂ ਇਸੇ ਨੇ ਵੀ ਉਹਨਾਂ ਨੂੰ ਇੱਕੋ ਗੁਣਾਂ ਵਾਲੇ ਤੱਤ ਦੱਸਿਆ ਔਰ ਆਪਣੀ ਸਾਰਣੀ ਵਿੱਚ ਰੱਖਿਆ ਔਰ ਇਸ ਨੇ ਸਿੱਟਾ ਇਹ ਕੱਢਿਆ ਕਿ ਹਰ 8ਵੇਂ ਤੱਤ ਤੇ ਆ ਕੇ ਸੁਰ ਰਿਪੀਟ ਹੋ ਰਿਹਾ ਹੈ
ਤਾਂ ਇਸ ਲਈ ਇਸ ਨੂੰ ਸੰਗੀਤ ਨਾਲ ਜੋੜ ਦਿੱਤਾ, ਸਾ ਰੇ ਗਾ ਮਾ ਪਾ। ਅਗਰ ਤੁਸੀਂ ਧਿਆਨ ਦੇਖੋਗੇ ਤਾਂ ਲਾਸਟ ਤੇ 8ਵਾਂ ਤੱਤ ਆ ਕੇ ਫਿਰ ਰਿਪੀਟ ਕਰ। ਇਸ ਦੇ ਟੇਬਲ ਵਿੱਚ ਇਸ ਨੇ ਜੋ ਸਾਰਨੀ ਬਣਾਈ ਉਸ ਵਿੱਚ ਵੀ ਕੁਝ ਖਾਮੀਆਂ ਸਨ ਜਿਨ੍ਹਾਂ ਨੂੰ ਆਪਾਂ ਹੁਣ ਦੇਖਾਂਗੇ। ਇਹ ਵੇਖਿਆ ਗਿਆ ਕਿ ਅਸ਼ਟਕ ਦਾ ਸਿਧਾਂਤ ਕੇਵਲ ਕੈਲਸ਼ੀਅਮ ਤੱਕ ਹੀ ਲਾਗੂ ਹੁੰਦਾ ਹੈ, ਕਿਉਂਕਿ ਕੈਲਸ਼ੀਅਮ ਦੇ ਮਗਰੋਂ ਹਰ 8ਵੇਂ ਤੱਤ ਦੇ ਗੁਣ ਪਹਿਲੇ ਤੱਤ ਨਾਲ ਨਹੀਂ ਮਿਲਦੇ। ਦੂਸਰਾ, ਨਿਊਲੈਂਡ ਨੇ ਇਹ ਕਲਪਨਾ ਕੀਤੀ ਕਿ ਕੁਦਰਤ ਵਿੱਚ ਕੇਵਲ 56 ਤੱਤ ਹੀ ਹਨ ਅਤੇ ਭਵਿੱਖ ਵਿੱਚ ਕੋਈ ਹੋਰ ਤੱਤ ਨਹੀਂ ਲੱਭੇਗਾ, ਪਰ ਸਮਾਂ ਲੰਘਣ ਦੇ ਨਾਲ ਕਈ ਨਵੇਂ ਤੱਤਾਂ ਦੀ ਖੋਜ ਹੋਈ ਜਿਨ੍ਹਾਂ ਨੇ ਗੁਣ ਅਸ਼ਟਕ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਨੰਬਰ 3, ਆਪਣੀ ਸਾਰਣੀ ਵਿੱਚ ਕੁਝ ਤੱਤ ਨੂੰ ਸ਼ਾਮਲ ਕਰਨ ਲਈ ਨਿਊਲੈਂਡ ਨੇ 2 ਤੱਤਾਂ ਨੂੰ ਇੱਕੋ ਸਥਾਨ ਤੇ ਰੱਖ ਦਿੱਤਾ ਅਤੇ ਕੁਝ ਅਸਮਾਨ ਤੱਤਾਂ ਨੂੰ ਵੀ ਇੱਕੋ ਸਥਾਨ ਤੇ ਰੱਖ ਦਿੱਤਾ। ਕੀ ਤੁਸੀਂ ਸਾਰਣੀ 5.3 ਵਿੱਚ ਅਜਿਹੇ ਉਦਾਹਰਣ ਲੱਭ ਸਕਦੇ ਹੋ? ਨੋਟ ਕਰੋ ਕਿ ਕੋਬਾਲਟ ਤੇ ਨਿਕਲ ਇੱਕ ਹੀ ਥਾਂ ਤੇ ਇਕੱਠੇ ਹਨ ਅਤੇ ਇਹਨਾਂ ਨੂੰ ਇੱਕੋ ਹੀ ਟੋਲੀ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਕਲੋਰੀਨ ਅਤੇ ਬ੍ਰੋਮੀਨ ਹਨ, ਭਾਵ ਕਿ ਇਹਨਾਂ ਦੇ ਗੁਣ ਦੂਜਿਆਂ ਨਾਲੋਂ ਭਿੰਨ ਹਨ। ਆਇਰਨ ਨੂੰ ਕੋਬਾਲਟ ਅਤੇ ਨਿਕਲ ਤੋਂ ਦੂਰ ਰੱਖਿਆ ਗਿਆ ਜਦ ਕਿ ਇਹਨਾਂ ਦੇ ਗੁਣ ਗੁਣਾਂ ਵਿੱਚ ਸਮਾਨਤਾ ਹੈ। ਨੰਬਰ 4, ਇਸ ਪ੍ਰਕਾਰ ਨਿਊਲੈਂਡ ਦਾ ਅਸ਼ਟਕ ਸਿਧਾਂਤ ਕੇਵਲ ਹਲਕੇ ਤੱਤਾਂ ਲਈ ਹੀ ਠੀਕ ਹੈ। ਹੁਣ ਇਹਨਾਂ 4 ਪੁਆਇੰਟਸ ਨੂੰ ਡਿਸਕਸ ਕਰ ਲੈਂਦੇ ਹਾਂ। ਬੜੀ ਸਿੰਪਲ ਗੱਲ ਸੀ ਵੀ ਜਿਹੜਾ ਟੇਬਲ ਤੁਹਾਡੇ ਸਾਹਮਣੇ ਇਹ ਬਣਿਆ ਹੋਇਆ ਹੈ ਇਸ ਦੇ ਵਿੱਚ ਸਿਰਫ ਕੈਲਸ਼ੀਅਮ ਤੱਕ ਹੀ ਇਹ ਲਾਗੂ ਹੋ ਰਿਹਾ ਸੀ। ਕੈਲਸ਼ੀਅਮ ਦੇ ਮਗਰੋਂ ਜਿਹੜੇ ਇਸਨੇ ਤੱਤ ਰੱਖੇ ਉਹਨਾਂ ਤੇ ਕੋਈ ਚੰਗੇ ਤਰੀਕੇ ਨਾਲ ਲਾਗੂ ਨਹੀਂ ਹੋ ਰਿਹਾ ਸੀ। ਨੰਬਰ 2, ਜਿਹੜਾ ਪੁਆਇੰਟ ਇਸਨੇ ਕਿਹਾ ਵੀ ਵਿਗਿਆਨੀਆਂ ਸਿਰਫ ਇਹੋ ਸੋਚਿਆ ਵੀ ਇਹੋ 56 ਤੱਤ ਹੀ ਲੱਭਣਗੇ, ਨਵੇਂ ਤੱਤ ਆਉਣਗੇ ਹੀ ਨਹੀਂ। ਪਰ ਹੋਇਆ ਕਿ ਸਮੇਂ ਦੇ ਨਾਲ ਨਵੇਂ ਤੱਤ ਆਏ ਤਾਂ ਉਹ ਇਸ ਟੇਬਲ ਵਿੱਚ ਉਹ ਨਹੀਂ ਰੱਖ ਸਕਿਆ, ਜਿਸ ਕਰਕੇ ਇਸ ਦਾ ਟੇਬਲ ਗਲਤ ਮੰਨਿਆ ਗਿਆ। ਨੰਬਰ 3 ਵਿੱਚ ਇਸਨੇ ਇਹ ਵੀ ਗੱਲ ਟੇਬਲ ਦੇ ਵਿੱਚ ਦਿਖਾ ਦਿੱਤੀ, ਸਾਰਣੀ ਵਿੱਚ ਦਿਖਾ ਦਿੱਤੀ ਕਿ ਇੱਕ ਜਗ੍ਹਾ ਤੇ 2 ਤੱਤ ਇਕੱਠੇ ਰੱਖੀ ਬੈਠਾ, ਜਦ ਕਿ ਦੋਵੇਂ ਤੱਤਾਂ ਦੇ ਗੁਣ ਆਪਸ ਵਿੱਚ ਸੇਮ ਨਹੀਂ ਹਨ ਤੇ ਜਿਨ੍ਹਾਂ ਤੱਤਾਂ ਨੂੰ ਦੂਰ ਇਸਨੇ ਰੱਖ ਦਿੱਤਾ ਹੈ ਜਦ ਕਿ ਉਹਨਾਂ ਦੇ ਗੁਣ ਸੇਮ ਸਨ। ਤਾਂ ਇੱਥੇ ਆ ਕੇ ਇਸ ਟੇਬਲ ਦੀ ਇੱਕ ਖਾਮੀ ਨਜ਼ਰ ਆਈ। ਚੌਥਾ ਪੁਆਇੰਟ ਤਾਂ ਸਾਫ਼ ਹੈ ਵੀ ਸਿਰਫ ਹਲਕੇ ਤੱਤਾਂ ਤੱਕ ਹੀ ਇਹ ਲਾਗੂ ਸੀ, ਮਤਲਬ ਜਿਨ੍ਹਾਂ ਦਾ ਪੁੰਜ ਘੱਟ ਸੀ ਨਾ, ਸਿਰਫ ਉੱਥੋਂ ਤੱਕ ਹੀ ਲਾਗੂ ਸੀ। ਜਦੋਂ ਪੁੰਜ ਵੱਧਦਾ ਗਿਆ ਤਾਂ ਓਨਾ ਹੀ ਇਹ ਅਗਾਂਹ ਜਾ ਕੇ ਲਾਗੂ ਨਾ ਹੁੰਦਾ ਦਿਖਾਈ ਦੇਣ ਲੱਗਾ। ਦੁਬਾਰਾ ਫਿਰ ਦੱਸ ਦਿੰਦੇ ਹਾਂ, ਨਿਊਲੈਂਡ ਨੇ ਜਦੋਂ ਤੱਤਾਂ ਨੂੰ ਵਰਗੀਕ੍ਰਿਤ ਕੀਤਾ ਤਾਂ ਉਸ ਦੇ ਪਰਮਾਣੂ ਪੁੰਜ ਦੇ ਵੱਧਦੇ ਕ੍ਰਮ ਵਿੱਚ ਰੱਖਿਆ। ਇਹ ਲਾਈਨ ਬੜੀ ਨੋਟ ਕਰਨ ਵਾਲੀ ਹੈ। ਨਿਊਲੈਂਡ ਨੇ ਤੱਤਾਂ ਨੂੰ ਪਰਮਾਣੂ ਪੁੰਜ ਦੇ ਵੱਧਦੇ ਕ੍ਰਮ ਵਿੱਚ ਹੀ ਤਰਤੀਬ ਕੀਤਾ, ਭਾਵ ਜਿਸ ਦਾ ਪੁੰਜ ਘੱਟ ਹੈ ਉਸ ਨੂੰ ਪਹਿਲ ਦਿੱਤੀ ਜਾਏਗੀ, ਜਿਸ ਦਾ ਪੁੰਜ ਉਸ ਤੋਂ ਜ਼ਿਆਦਾ ਹੈ ਉਸ ਨੂੰ ਦੂਸਰੇ ਸਥਾਨ ਤੇ, ਫਿਰ ਇਸ ਤਰ੍ਹਾਂ ਤੀਸਰੇ ਚੌਥੇ ਸਥਾਨ ਤੇ ਉਹਨਾਂ ਤੱਤਾਂ ਨੂੰ ਰੱਖਿਆ ਗਿਆ। ਪਰਮਾਣੂ ਪੁੰਜ ਇੱਕ ਤਰ੍ਹਾਂ ਦਾ ਭਾਰ ਹੀ ਤੁਸੀਂ ਗਿਣ ਸਕਦੇ ਹੋ ਜਿਸ ਦੇ ਵਿੱਚ ਗੁਰਤਾਕਰਸ਼ਣ ਮਲਟੀਪਲ ਨਹੀਂ ਹੁੰਦਾ। ਥੈਂਕਸ।